ਲੋਕੀ ਦਿਲੋਂ ਕਹਿੰਦੇ ਹੈਗੇ ਨੇ ਕਿ ਪਿਛਲੇ 25-30 ਸਾਲ ਦੇ ਵਿੱਚ ਕਿਸੇ ਵੀ ਐਮਐਲਏ ਨੇ ਇੰਨੀ ਡਿਵੈਲਪਮੈਂਟ ਨਹੀਂ ਕਰਾਈ ਸ਼ਾਰਟ ਸਪੈਨ ਦੇ ਵਿੱਚ ਜਿੰਨੀ ਕਰਾਈ ਹੈ। ਇਸ ਕਰਕੇ ਵਿਰੋਧੀਆਂ ਕੋਲੇ ਕੋਈ ਵੀ ਇਸ ਤਰ੍ਹਾਂ ਦਾ ਪੁਆਇੰਟ ਨਹੀਂ ਹੈਗਾ ਜੋ ਸਾਡੀ ਪਾਰਟੀ ਵੱਲ ਜਾਂ ਮੇਰੇ ਵੱਲ ਜਿਹੜਾ ਉਠਾ ਸਕਣ। ਇਹਨਾਂ ਨੇ ਆਪਦੇ ਬੰਦਿਆਂ ਤੇ ਪਰਚੇ ਦਰਜ ਕਰਦੇ ਰਹੇ, ਇਸ ਕਰਕੇ ਇਹਨਾਂ ਨੇ ਡਿਵੈਲਪਮੈਂਟ ਵੱਲ ਨਹੀਂ ਸੀਗਾ ਇਹਨਾਂ ਦਾ। ਅਸੀਂ ਵੀ ਵਿਰੋਧੀਆਂ ਨੂੰ ਜਿਹੜਾ ਇਹਨਾਂ ਦੇ ਲਾਈਨ ਤੇ ਨਹੀਂ ਚੱਲਦਾ ਉਹਨੂੰ ਕਿਵੇਂ ਠੋਕਣਾਗਾ, ਇਹਦੇ ਵੱਲ ਇਹਨਾਂ ਦਾ ਇਹੀ ਧਿਆਨ ਰਿਹਾ ਜ਼ਿਆਦਾ। करके इस गलों बखलाया होया कि मैं 5 साल इतने मेयर रह गया, मेयर दे विच मैं कुछ कर नहीं सकिया हैगा। जिहड़ा बंदा अपने आप को नहीं सवार सकिया उन्हें गाहां की सवारना, वो शहर का की सवारना सी। जिहड़ा पिछले समय तू 5-6 साल जदों मेयर रहा उदों तू काम कर सकदा सीगा, वो तू छड्ड गया हैगा, वो छड्ड गया। जेकर तैनूं इन्ना सीगा तो जिथे नींह पत्थर के घੱਟ ਤੋਂ ਘੱਟ ਉਹਦਾ ਕੰਪਲੀਟ कर जांदा। दोनों का कोई ना कोई इस तरह का बहाना लभदे है कि सानूं कारपोरेशन इलैक्शन तो जो ना ही हो। बीजेपी ने जो बाड़बंदी बनाई है अज भी लोग दुख भोग रहे हैं। जेकर किसी वाल उंगल उठानी है तो वह जो है पहला अपने करीब देखे। और मैं सारे ही साडे फगवाड़ा वासियों को विश्वास दिलाना है कि उन्होंने कदे भी मेरी जरूरत होवे तो उन्होंने वास्ते मैं दिन पर रात हाजिर है। 2022 विधान सभा इलैक्शन ਲਈ 1 ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਆ। ਕਿਹਾ ਜਾਂਦਾ ਆ ਕਿ ਕਿਸੇ ਵੀ ਸਰਕਾਰ ਦਾ ਜਿਹੜਾ 5ਵਾਂ ਸਾਲ ਹੁੰਦਾ ਆ ਉਹ ਵਿਕਾਸ ਦਾ ਸਾਲ ਹੁੰਦਾ ਆ। ਤੇ ਆਪਾਂ ਗੱਲ ਕਰਦੇ ਆ ਇਸ ਵਕਤ ਸਾਡੇ ਨਾਲ ਨੇ ਐਮਐਲਏ ਫਗਵਾੜਾ ਬਲਵਿੰਦਰ ਸਿੰਘ ਧਾਲੀਵਾਲ ਜੀ। ਜਿੱਥੇ ਵਿਕਾਸ ਦੀ ਗੱਲ ਕਰਾਂਗੇ ਉੱਥੇ ਕਰੋਨਾ ਕਾਲ ਦੇ ਵਿੱਚ ਜੋ ਲਾਕਡਾਊਨ ਚੱਲ ਰਿਹਾ ਜਾਂ ਹੋਰ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਉਹਦੇ ਸੰਬੰਧ ਵਿੱਚ ਵੀ ਗੱਲ ਕਰਾਂਗੇ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਕਿ ਜਿਹੜਾ ਆ ਇਹ ਆਪਾਂ ਇਹ ਕਹਿ ਸਕਦੇ ਕਿ 5ਵਾਂ ਸਾਲ ਜਿਹੜਾ ਹੁੰਦਾ ਆ ਕਿਸੇ ਵੀ ਸਰਕਾਰ ਦਾ ਨਾ ਉਹ ਇੱਕ ਵਿਕਾਸ ਵਰੇ ਵੱਲੋਂ ਜਿਹੜਾ ਗਿਣਿਆ ਜਾਂਦਾ ਕਿ ਹਰ ਤੁਹਾਨੂੰ 1.5 ਸਾਲ ਹੋ ਗਿਆ ਲਗਭਗ ਆਪਣੇ ਵਿਧਾਇਕ ਬਣਿਆ ਹੋਇਆਂ ਨੂੰ। ਪਹਿਲਾਂ ਤਾਂ ਅਗਰ ਗੱਲ ਕਰੀਏ ਕਿ 1.5 ਸਾਲ ਦੇ ਵਿੱਚ ਤੁਹਾਨੂੰ ਕਿੰਨੇ ਕੁ ਤੁਸੀਂ ਆਪਣੇ ਕੰਮਾਂ ਤੋਂ ਸੰਤੁਸ਼ਟ ਹੋ ਤੇ ਕਿੰਨੇ ਕੁ ਜਿਹੜੇ ਆ ਸ਼ਹਿਰ ਵਾਸੀਆਂ ਦੇ ਵਿਕਾਸ ਦੇ ਕੰਮਾਂ ਦੇ ਉੱਤੇ ਤੁਸੀਂ ਪੂਰੇ ਉਤਰੇ ਹੋ? ਜਿਸ ਤਰ੍ਹਾਂ ਕਿ ਮੈਨੂੰ ਇਸ ਖੇਤਰ ਵਿੱਚ ਆਏ ਨੂੰ ਲਗਭਗ 1.5 ਸਾਲ ਹੋ ਗਿਆ ਹੈਗਾ। ਉਹ ਸਾਰੇ ਇਹ ਵੀ ਜਾਣਦੇ ਹੈਗੇ ਕਿ 1.5 ਸਾਲ ਦੇ ਵਿੱਚ ਜਿਹੜਾ ਹੈਗਾ ਲਗਭਗ 1 ਸਾਲ ਤੋਂ ਉੱਪਰ ਦਾ ਸਮਾਂ ਜਿਹੜਾ ਹੈਗਾ ਉਹ ਕਰੋਨਾ ਦੇ ਕਾਲ ਵਿੱਚ ਰਿਹਾ ਹੈਗਾ। ਔਰ ਆਪਾਂ ਸਾਰੇ ਜਾਣਦੇ ਹੈਗੇ ਕਿ ਸਾਰੀ ਦੁਨੀਆ ਨੂੰ ਕਰੋਨਾ ਨੇ ਗ੍ਰਸਤ ਕੀਤਾ ਹੈਗਾ। ਉਹਦੇ ਨਾਲ ਸਾਰੀਆਂ ਗਵਰਨਮੈਂਟਸ, ਸਾਰੀਆਂ NGOs ਸਾਰੇ ਕੰਮ ਪ੍ਰਭਾਵਿਤ ਹੋਏ ਨੇ। ਪਰ ਫਿਰ ਵੀ ਸਾਰੇ ਹੀ ਸਾਡੇ ਕਾਂਗਰਸ ਪਾਰਟੀ ਦੇ ਵਰਕਰਸ ਦੀ ਮਿਹਨਤ ਸਦਕਾ ਅਸੀਂ 1 ਸਾਲ ਦੇ ਵਿੱਚ ਜਿਹੜਾ ਹੈਗਾ ਉਹ ਕਾਫੀ ਕੰਮ ਕਰ ਸਕੇ ਹੈਗੇ। ਔਰ ਲੋਕਾਂ ਦੇ ਮਨ 'ਚ ਸੈਟਿਸਫੈਕਸ਼ਨ ਹੈਗੀ ਹੈ ਕਿਉਂਕਿ ਜਦੋਂ ਵੀ ਤੁਸੀਂ ਸ਼ਹਿਰ ਵਿੱਚ ਜਾਣ ਨੂੰ ਹੁੰਦਾ ਕਿਸੇ ਨੂੰ ਪੁੱਛਣਾ ਨਹੀਂ, ਅਖਬਾਰਾਂ ਰਾਹੀਂ ਜਾਂ ਦੂਜੇ ਲੋਡ ਕਰਕੇ ਪਬਲਿਸਿਟੀ ਕਰਕੇ ਨਹੀਂ ਹੈਗੇ, ਇਹ ਲੋਕਾਂ ਦੇ ਦਿਲ 'ਚ ਹੋਣਾ ਚਾਹੀਦਾ ਹੈਗਾ। ਔਰ ਲੋਕੀ ਦਿਲੋਂ ਕਹਿੰਦੇ ਹੈਗੇ ਨੇ ਕਿ ਪਿਛਲੇ 25-30 ਸਾਲ ਦੇ ਵਿੱਚ ਕਿਸੇ ਵੀ ਐਮਐਲਏ ਨੇ ਇੰਨੀ ਡਿਵੈਲਪਮੈਂਟ ਨਹੀਂ ਕਰਾਈ ਸ਼ਾਰਟ ਸਪੈਨ ਦੇ ਵਿੱਚ ਜਿੰਨੀ ਕਰਾਈ ਹੈ। ਕਿਉਂਕਿ ਕੁਛ ਜਿਹੜੇ ਮੁਹੱਲੇ ਸੀਗੇ ਜਿਹੜੇ 16 ਪਿੰਡ ਐਡ ਕੀਤੇ ਜਾਂ ਹੋਰ ਸੀ ਜਿਹੜੇ ਖੇਤਰ ਉਹਦੇ ਵਿੱਚ ਲਗਭਗ ਲੋਕਾਂ ਨੂੰ 20-25 ਸਾਲ ਕੋਠੀਆਂ ਬਣਾਈਆਂ ਨੂੰ ਹੋ ਗਿਆ ਹੈਗਾ। ਪਰ ਉੱਥੇ ਜਿਹੜਾ ਪਿੰਡਾਂ ਤੋਂ ਜਿਹੜੀ ਮਾੜੀ ਜਿਹੜੀ ਬਦਤਰ ਪੋਜੀਸ਼ਨ ਸੀਗੀ ਤੇ ਇਸ ਕਰਕੇ ਉਹ ਲੋਕ ਕਹਿੰਦੇ ਵੀ ਸਾਨੂੰ ਹੁਣ ਪਤਾ ਲੱਗਿਆ ਕਿ ਫਗਵਾੜਾ ਸ਼ਹਿਰ ਵਿੱਚ ਅਸੀਂ ਹੁਣ ਜਿਹੜੀ ਅੱਛੀ ਜ਼ਿੰਦਗੀ ਬਤੀਤ ਕਰ ਰਹੇ। ਪਰ ਜੇਕਰ ਤੁਸੀਂ ਮੁਹੱਲੇ ਤੇ ਗਰਾਊਂਡ ਲੈਵਲ ਤੇ ਜਾ ਕੇ ਜਿਹੜਾ ਫੀਡਬੈਕ ਲੱਗੋ ਤਾਂ ਫਿਰ ਸਾਨੂੰ ਫੀਡਬੈਕ ਦਿਓ ਵੀ ਲੋਕੀ ਕੀ ਕਹਿੰਦੇ ਉਹ ਤਾਂ ਐਨਾਲਿਸਿਸ ਕੀਤਾ ਜਾ ਸਕਦਾ। ਅਗਰ ਵਿਰੋਧੀਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਕਹਿਣਾ ਕਿ ਜਿਹੜੇ ਪੁਰਾਣੇ ਐਮਐਲਏ ਸਾਹਿਬ ਸੀ ਜੀ ਉਹ ਵਿਕਾਸ ਪੁਰਸ਼ ਸੀ ਜਾਂ ਹੋਰ ਇੱਦਾਂ ਦੀਆਂ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਵੀ ਕੋਈ ਵੀ ਸਰਕਾਰ ਉੱਦਾਂ ਜਿਹੜਾ ਵਿਕਾਸ ਨਹੀਂ ਕਰਵਾ ਸਕਦੀ ਤੇ ਤੁਸੀਂ ਆਪਣੇ ਤੌਰ ਦੇ ਉੱਤੇ ਵਿਕਾਸ ਕਰਵਾਇਆ। ਤੁਸੀਂ ਅਗਰ ਦੋਨੋਂ ਐਨਾਲਿਸਿਸ ਕਰਕੇ ਦੇਖਦੇ ਹੋ ਤਾਂ ਕਿਸ ਲੈਵਲ 'ਤੇ ਲਿਆਉਂਦੇ? ਉਹ ਜਿਸ ਤਰ੍ਹਾਂ ਕਿ ਸਾਡੇ ਵਿਰੋਧੀ ਕਹਿੰਦੇ ਹੈਗੇ ਨੇ ਕਿ ਜਾ ਕੇ ਹਵਾ 'ਚ ਉਠਾਲਦੇ ਹੈਗੇ ਗੱਲ, ਕਿਉਂਕਿ ਉਹਨਾਂ ਕੋਲ ਕੋਈ ਵੀ ਮੁੱਦਾ ਨਹੀਂ ਹੈਗਾ। ਕਿਉਂਕਿ ਹਰ ਖੇਤਰ ਵਿੱਚ ਹਰ ਪ੍ਰਕਾਰ ਦੀ ਮੁਸ਼ਕਲ ਨੂੰ ਜਿਹੜਾ ਹੱਲ ਕਰਾਉਣ ਦੇ ਵਿੱਚ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦੇ ਨਾਲ ਹੱਲ ਕੀਤਾ ਗਿਆ ਹੈਗਾ। ਤੇ ਇਸ ਕਰਕੇ ਵਿਰੋਧੀਆਂ ਕੋਲ ਕੋਈ ਵੀ ਇਸ ਤਰ੍ਹਾਂ ਦਾ ਪੁਆਇੰਟ ਨਹੀਂ ਹੈਗਾ ਜੋ ਸਾਡੀ ਪਾਰਟੀ ਵੱਲ ਜਾਂ ਮੇਰੇ ਵੱਲ ਜਿਹੜਾ ਉਠਾ ਸਕਣ। ਤਾਂ ਜਿੱਥੋਂ ਤੱਕ ਹੈਗਾ ਕਹਿੰਦੇ ਕਿ ਪਿਛਲੇ ਜਿਹੜੇ ਐਮਐਲਏਜ਼ ਨੇ ਜ਼ਿਆਦਾ ਕੰਮ ਕੀਤਾ ਹੈਗਾ। ਮੈਂ ਹੁਣ ਵੀ ਤੁਹਾਨੂੰ ਫੋਟੋਆਂ ਖਿੱਚ ਕੇ ਜੇ ਕਹੋ ਤਾਂ ਮੈਂ ਮੇਰੇ ਮੋਬਾਈਲ 'ਚ ਵੀ ਸ਼ਾਇਦ ਹੋਣੀਆਂ ਹੈਗੀਆਂ। ਲੋਕਾਂ ਨੇ 15-15 ਸਾਲ ਹੋ ਗਏ, 10-10 ਸਾਲ ਹੋ ਗਏ ਜਿਹੜੇ ਨੀਂਹ ਪੱਥਰ ਲਾਏ ਨੇ ਪਰ ਹੁਣ ਅਸੀਂ ਕੰਪਲੀਟ ਕੀਤੀਆਂ ਹੈਗੀਆਂ। ਤਾਂ ਇਸ ਕਰਕੇ ਸਾਡਾ ਕੰਮ ਜਿਹੜਾ ਹੈਗਾ ਫਗਵਾੜਾ ਸ਼ਹਿਰ ਵਿੱਚ ਕੋਈ ਵੀ ਬੰਦਾ ਦਿਖਾ ਦੇਵੇ ਜਾਂ ਪਿੰਡ ਵਿੱਚ ਕਿ ਮੈਂ ਕੋਈ ਨੀਂਹ ਪੱਥਰ ਰੱਖਿਆ ਹੋਵੇ। ਸਾਡਾ ਕੰਮ ਹੈਗਾ ਲੋਕਾਂ ਦੇ ਦਿਲਾਂ ਵਿੱਚ ਨੀਂਹ ਪੱਥਰ ਰੱਖਣਾ ਹੈਗਾ, ਲੋਕਾਂ ਦੇ ਦਿਲਾਂ 'ਚ ਜਿਹੜਾ ਪਿਆਰ ਦਾ ਭਾਵ ਪੈਦਾ ਕਰਨਾ ਹੈਗਾ। ਔਰ ਲੋਕੀ ਦਿਲੋਂ ਕਹਿੰਦੇ ਹੈਗੇ ਨੇ। ਤਾਂ ਇਸ ਕਰਕੇ ਜਿਹੜੇ ਬੰਦੇ ਕੋਈ ਇਸ ਤਰ੍ਹਾਂ ਦੇ ਕਹਿੰਦੇ ਤਾਂ ਉਹਨਾਂ ਨੂੰ ਮੇਰੇ ਕੋਲ ਆ ਜਾਣ। ਜੇ ਕੋਈ ਮੇਰੇ ਕੋਲ ਕਿਸੇ ਨੂੰ ਕਲੈਰੀਫਿਕੇਸ਼ਨ ਦੀ ਜ਼ਰੂਰਤ ਹੈ ਤਾਂ ਨੀਂਹ ਪੱਥਰ ਲਿਖਾਏ ਹੋ ਕੇ ਉਹਨਾਂ ਜਿਹੜੇ ਲੱਗੇ ਹੋਏ ਆ ਉਹ ਵੈਸੇ ਦਿਖਾ ਦੇਵਾਂਗੇ ਜਾਂ ਉਹਨਾਂ ਨੂੰ ਵੈਸੇ WhatsApp 'ਤੇ ਫੋਟੋ ਭੇਜ ਦੇਵਾਂਗਾ, ਦੇਖ ਲੈਣ ਕਿ ਉਹਨਾਂ ਦੀ ਕਾਰਗੁਜ਼ਾਰੀ ਕੀ ਹੈਗੀ। ਔਰ ਲੋਕੀ ਮੁਹੱਲੇ 'ਚ ਜਾਣਦੇ ਹੈਗੇ ਕਿ ਇਹਨਾਂ ਨੇ ਕੀ ਕੀਤਾ। ਸਿਰਫ ਲਾਰਿਆਂ ਤੋਂ ਬਿਨਾਂ ਔਰ ਬਿਨਾਂ ਇੱਥੋਂ ਤੱਕ ਕਿ ਇਹਨਾਂ ਵੱਲੋਂ ਜਿਹੜਾ ਹੈਗਾ
ਆਪਾਂ ਸਾਰੇ ਜਾਣਦੇ ਹੈਗੇ ਕਿ ਪਿਛਲੀ ਵਾਰੀ ਜਿਹੜੀ ਆਪਣੇ ਅਕਾਲੀ ਦਲ ਬੀਜੇਪੀ ਦੀ ਜਿਹੜੀ ਸਰਕਾਰ ਸੀਗੀ ਉਹਦੇ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਤਾਂ ਹੋਣੇ ਸੀ, ਇਹਨਾਂ ਨੇ ਆਪਦੇ ਬੰਦਿਆਂ ਤੇ ਪਰਚੇ ਦਰਜ ਕਰਦੇ ਰਹੇ ਨੇ। ਤੇ ਇਸ ਕਰਕੇ ਇਹਨਾਂ ਨੇ ਡਿਵੈਲਪਮੈਂਟ ਵੱਲ ਨਹੀਂ ਸੀਗਾ, ਇਹਨਾਂ ਦਾ ਅਸੀਂ ਵੀ ਵਿਰੋਧੀਆਂ ਨੂੰ ਤੇ ਜਿਹੜਾ ਇਹਨਾਂ ਦੇ ਲਾਈਨ ਤੇ ਨਹੀਂ ਚੱਲਦਾ ਉਹਨੂੰ ਕਿਵੇਂ ਠੋਕਣਾਗਾ, ਇਹਦੇ ਵੱਲ ਇਹਨਾਂ ਦਾ ਇਹੀ ਧਿਆਨ ਰਿਹਾ ਵਾ ਜ਼ਿਆਦਾ। ਗੱਲ ਕਰਦੇ ਹਾਂ ਸਾਬਕਾ ਮੇਅਰ ਅਰੁਣ ਖੋਸਲਾ ਦੀ। ਹਮੇਸ਼ਾ ਉਹਨਾਂ ਦਾ ਅਟੈਕ ਜਿਹੜਾ ਆ ਉਹ ਤੁਹਾਡੇ ਤੇ ਰਹਿੰਦਾ, ਕੁਛ ਨਾ ਕੁਛ ਕੋਈ ਮੁੱਦਾ ਹੋਵੇ, ਕੁਛ ਹੋਵੇ, ਉਹਨਾਂ ਦਾ ਕਹਿਣਾ ਇਹ ਹੁੰਦਾ ਕਿ ਪ੍ਰਸ਼ਾਸਨ ਜਿਹੜਾ ਆ ਉਹ ਵਿਧਾਇਕ ਧਾਲੀਵਾਲ ਉਹਨਾਂ ਦੇ ਕਹਿਣ ਦੇ ਉੱਤੇ ਇਸ਼ਾਰੇ ਤੇ ਚੱਲਦਾ, ਜਿਹੜੀ ਆ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ। ਬੇਸ਼ੱਕ ਵਿਕਾਸ ਦੇ ਕੰਮ ਹੋਣ, ਹਰੇਕ ਚੀਜ਼ ਦੇ ਉੱਤੇ ਉਹ ਤੁਹਾਡੇ ਤੇ ਅਟੈਕ ਕਰਦੇ ਆ। ਜਿੱਥੇ ਤੱਕ ਮੈਂ ਕਿਉਂਕਿ ਉਸ ਨੂੰ ਕਦੇ ਤਵੱਜੋ ਨਹੀਂ ਦਿੱਤੀ ਹੈਗੀ ਕਿ ਨਾ ਮੈਂ ਉਹਦਾ ਕੇਅਰ ਕਰਦੇ ਵੀ ਕੀ ਕਹਿੰਦਾ ਹੈਗਾ, ਕਿਉਂਕਿ ਉਸ ਵਿਅਕਤੀ ਦਾ ਲੈਵਲ ਸਾਰੇ ਜਾਣਦੇ ਵੀ ਉਹ ਕਿਸ ਲੈਵਲ ਦਾ ਬੰਦਾ ਹੈਗਾ। ਇਸ ਕਰਕੇ ਇਸ ਗੱਲੋਂ ਬੁਖਲਾਇਆ ਹੋਇਆ ਕਿ ਮੈਂ 5 ਸਾਲ ਇੱਥੇ ਮੇਅਰ ਰਹਿ ਗਿਆ ਤੇ ਮੇਅਰ ਦੇ ਵਿੱਚ ਮੈਂ ਕੁਝ ਕਰ ਨਹੀਂ ਸਕਿਆ ਹੈਗਾ। ਸਾਰੇ ਲੋਕੀ ਮੈਂ ਜਿਹੜਾ ਪਬਲਿਕਲੀ ਉਹ ਗੱਲ ਨਹੀਂ ਕਰ ਸਕਦੇ, ਸਾਰੇ ਲੋਕਾਂ ਨੂੰ ਉਸ ਦੇ ਕਿਰਦਾਰ ਦਾ ਪਤਾ ਹੈਗਾ, ਉਹ ਕਿਸ ਕਿਰਦਾਰ ਦਾ ਮਾਲਕ ਹੈਗਾ, ਕਿਸ ਤਰ੍ਹਾਂ ਉਹਦਾ ਬਿਹੇਵੀਅਰ ਹੈਗਾ, ਕਿਸ ਤਰ੍ਹਾਂ ਉਹਦਾ ਸਟਾਫ ਦੇ ਵਿੱਚ ਸੀਗਾ। ਔਰ ਇੱਥੋਂ ਤੱਕ ਕਿ ਮੈਨੂੰ ਤਾਂ ਬੜੀ ਸ਼ਰਮਿੰਦੀ ਕਹਿਣ ਲੱਗੇ, ਸ਼ਰਮਿੰਦੀ ਕਿ ਮੈਂ ਇੱਕ ਵਾਰੀ ਐਸਡੀਐਮ ਦਫ਼ਤਰ ਬੈਠਾ ਤੇ ਐਸਡੀਐਮ ਦਫ਼ਤਰ ਇਹ ਬਾਲ ਰੰਗ ਕੇ ਦੇ ਆਪਦਾ ਹੈ ਜਿਹੜਾ ਹਾਫ ਪੈਂਟ ਦੇ ਵਿੱਚ ਜਿਹੜਾ ਐਸਡੀਐਮ ਦਫ਼ਤਰ ਚਲਾ ਗਿਆ। ਉਹ ਬੰਦੇ ਦਾ ਕੀ ਹੈਗਾ ਜਿਹਨੂੰ ਇਹ ਨਹੀਂ ਪਤਾ ਵੀ ਡੈਕੋਰਮ ਦੇ ਵਿੱਚ। ਔਰ ਇਹੀ ਗੱਲ ਉਦੋਂ ਹੋਈ ਜਦੋਂ ਕਿ ਇੱਕ ਵਾਰੀ ਮੇਰੇ ਖਿਆਲ ਐਸਡੀਐਮ ਲੇਡੀ ਸੀ ਤਾਂ ਉਹਦੇ ਉੱਥੇ ਵੀ ਆਈ ਚੱਲਿਆ ਗਿਆ। ਤਾਂ ਇਸ ਕਰਕੇ ਗਲਤ ਹੁੰਦਾ ਹੈਗਾ, ਜਿਹੜੇ ਬੰਦੇ ਨੂੰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸਵਾਰ ਸਕਿਆ ਉਹਨੇ ਗਾਹਾਂ ਕੀ ਸਵਾਰਨਾ, ਉਹ ਸ਼ਹਿਰ ਦਾ ਕੀ ਸਵਾਰਨਾ ਸੀ। ਤੇ ਇਸ ਕਰਕੇ 5 ਸਾਲਾਂ 'ਚ ਮੈਂ ਉਹੀ ਗੱਲ ਕਰਦਾ ਸੀਗਾ, ਜੇਕਰ ਇਹ ਪਿੱਛੇ ਜੇ ਗੱਲ ਕਰਦਾ ਸੀਗਾ ਕਿ ਜੀ ਇਕੱਲੇ ਨੀਂਹ ਪੱਥਰ ਰੱਖਦੇ, ਨੀਂਹ ਪੱਥਰ ਰੱਖਦੇ ਨਹੀਂ ਹੈਗੇ, ਨੀਂਹ ਪੱਥਰ ਜੇ ਰੱਖਦੇ ਨਹੀਂ, ਨੀਂਹ ਪੱਥਰ ਇਹਨਾਂ ਦੇ ਰੱਖੇ ਹੋਏ ਆ ਜਿਹੜੇ, ਉਹ ਤਸਵੀਰ ਬੋਲਦੀ ਹੈ ਕਿ ਮੇਅਰ ਸਾਹਿਬ ਕਿੰਨਾ ਕਿੱਥੇ ਕੰਮ ਕਰਕੇ ਗਏ ਨੇ। ਤਾਂ ਇਸ ਕਰਕੇ ਉਹ ਤਸਵੀਰ ਜਾ ਕੇ ਕਹੋ ਤਾਂ ਮੈਂ ਫੋਟੋਆਂ ਭੇਜ ਦਿੰਦਾ ਹੈਗਾ, ਕਹੋ ਤਾਂ ਮੈਂ ਲੋਕੇਸ਼ਨ ਦੱਸ ਦਿੰਦਾ, ਉੱਥੇ ਜਾ ਕੇ ਦੇਖ ਲਵੇ ਵੀ ਜਿਹੜਾ ਤੁਸੀਂ ਰੱਖੇ ਸੀ 6-7 ਸਾਲ ਪਹਿਲਾਂ ਨੀਂਹ ਪੱਥਰ ਉਹ ਹਜੇ ਵੀ ਉੱਥੇ ਖੜੇ ਹੈਗੇ ਨੇ। ਤਾਂ ਇਸ ਕਰਕੇ ਸਾਡੇ ਵੱਲੋਂ ਨੀਂਹ ਪੱਥਰ ਰੱਖਣ ਵਾਲਾ ਨਹੀਂ, ਸਾਡੇ ਵੱਲੋਂ ਇਕੱਲਾ ਇਹ ਨਹੀਂ ਵੀ ਇਕੱਲਾ ਉਦਘਾਟਨ ਕਰੀਦਾ, ਜੇ ਕੋਈ ਕੀਤਾ ਹੈਗਾ ਤਾਂ ਅੱਵਲ ਤਾਂ ਨੀਂਹ ਪੱਥਰ ਰੱਖਿਆ ਨਹੀਂ ਕੋਈ ਵੀ, ਪਰ ਜੇ ਕੋਈ ਕੰਮ ਸ਼ੁਰੂ ਕਰਵਾਈਦਾ ਤਾਂ ਉਹਨੂੰ ਸਿਰੇ ਚੜਾਈਦਾ ਵੀ ਹੈਗਾ। ਇਹ ਲੋਕੀ ਕਹਿੰਦੇ ਕਿ ਅਸੀਂ ਨਹੀਂ ਕਹਿੰਦੇ ਕਿ ਕੁਝ ਵੀ। ਇਸ ਕਰਕੇ ਮੇਅਰ ਸਾਹਿਬ ਦਾ ਲੱਗਦਾ ਇਹਨਾਂ ਨੂੰ ਮੇਰਾ ਖਿਆਲ ਮੇਅਰ ਜਿਹੜਾ ਸ਼ਬਦ ਹੈਗਾ ਸਾਰੇ ਜਾਣਦੇ ਕਿ ਉਹ ਇੰਗਲਿਸ਼ ਵਰਡ ਹੈਗਾ, ਔਰ ਮੇਅਰ ਇੱਕ ਬਹੁਤ ਉੱਚਾ ਸ਼ਬਦ ਹੈਗਾ ਜਿਹਦੇ ਕਿ ਬਹੁਤ ਹੀ ਯਾਨੀ ਕਿ ਪਾਇਸ ਸ਼ਬਦ ਹੈਗਾ ਹੈ, ਔਰ ਪਾਇਸ ਵਿਅਕਤੀ ਵਾਸਤੇ ਜਿਹੜਾ ਯੂਜ਼ ਹੁੰਦਾ ਹੈਗਾ। ਤਾਂ ਇਸ ਕਰਕੇ ਇਸ ਲੈਵਲ ਦਾ ਜਿਹੜਾ ਮੇਅਰ ਦਾ ਮੇਰੇ ਖਿਆਲ ਇਸ ਵਿਅਕਤੀ ਨੂੰ ਜਿਹੜਾ ਮੇਅਰ ਸ਼ਬਦ ਦੀ ਜਿਹੜਾ ਢੁਕਵਾਨੀ ਹੈਗਾ। ਤਾਂ ਇਸ ਕਰਕੇ ਇਸ ਬੰਦੇ ਨੂੰ ਚਾਹੀਦਾ ਹੈਗਾ ਕਿ ਤੂੰ ਕਾਂਗਰਸ ਪਾਰਟੀ ਕੀ ਕਰ ਰਹੀ ਹੈ ਇਹ ਨਾ ਧਿਆਨ ਕਰ, ਤੂੰ ਆਪਦਾ ਦੇਖ, ਪਿਛਲਾ ਐਨਾਲਿਸਿਸ ਕਰਕੇ ਉਹਨੂੰ ਯਾਨੀ ਕਿ ਯਾਦ ਕਰ ਜਿਹੜਾ ਪਿਛਲੇ ਸਮੇਂ ਤੂੰ 5-6 ਸਾਲਾਂ 'ਚ ਜਦੋਂ ਮੇਅਰ ਰਿਹਾ ਉਦੋਂ ਤੂੰ ਕੰਮ ਕਰ ਸਕਦਾ ਸੀਗਾ, ਉਹ ਤੂੰ ਛੱਡ ਗਿਆ ਹੈਗਾ, ਉਹ ਛੱਡ ਗਿਆ। ਜੇਕਰ ਤੈਨੂੰ ਇੰਨਾ ਹੀ ਸੀਗਾ ਤਾਂ ਜਿੱਥੇ ਨੀਂਹ ਪੱਥਰ ਕੇ ਘੱਟ ਤੋਂ ਘੱਟ ਉਹਦਾ ਕੰਪਲੀਟ ਕਰ ਜਾਂਦਾ। ਇਸ ਕਰਕੇ ਮੈਂ ਇਹੀ ਕਹੂੰਗਾ ਕਿ ਮੇਰਾ ਇਹਦੇ ਵੱਲ ਕੋਈ ਤਵੱਜੋ ਨਹੀਂ ਹੁੰਦੀ, ਨਾ ਮੈਂ ਇਹਨੂੰ ਤਵੱਜੋ ਦਿੰਦਾ ਹੈਗਾ। ਤਾਂ ਇਸ ਕਰਕੇ ਇਹ ਤਾਂ ਸਾਡੇ ਵਰਕਰਸ ਜਿਹੜੇ ਹੈਗੇ ਨੇ ਹੇਠ ਹੋ ਕੇ ਤੇ ਮਾੜਾ ਮੋਟਾ ਕਿਤੇ ਕਹਿ ਦੇਣ, ਨਹੀਂ ਤਾਂ ਸਾਡੇ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ ਜਿਹੜਾ ਉਹਦਾ ਨਾਮ ਲੈ ਕੇ ਤੇ ਉਹਦਾ ਗੱਲ ਕਰਨ ਨੂੰ ਤਿਆਰ ਹੋਵੇ। ਨਗਰ ਪਹਿਲਾਂ ਅਗਰ ਆਪਾਂ ਕਹਿੰਦੇ ਹਾਂ ਕਿ ਜੇ ਵਿਧਾਨ ਸਭਾ ਇਲੈਕਸ਼ਨ ਫਾਈਨਲ ਆ ਤੇ ਉਸ ਤੋਂ ਪਹਿਲਾਂ ਸੈਮੀ ਫਾਈਨਲ ਜਿਹੜੇ ਆ ਨਗਰ ਨਿਗਮ ਦੇ ਇਲੈਕਸ਼ਨ ਆ ਉਹ ਪਹਿਲਾਂ ਹੋਣੇ ਸੀ, ਵੋਟਰ ਸੂਚੀਆਂ ਕਰਕੇ ਰਹਿ ਗਏ। ਉਸ ਤੋਂ ਬਾਅਦ ਹੁਣ ਕਰੋਨਾ ਦੇ ਕਰਕੇ ਫਿਲਹਾਲ ਪੋਸਟਪੋਨ ਹੋ ਗਏ ਆ ਤੇ ਬੜੀ ਜਲਦੀ ਜਿਹੜੇ ਜੇ ਕਰੋਨਾ ਖਤਮ ਹੁੰਦਾ ਆ ਤੇ ਉਹ ਸੈਮੀ ਫਾਈਨਲ ਜਿਹੜਾ ਆ ਨਗਰ ਨਿਗਮ ਦੇ ਇਲੈਕਸ਼ਨ ਆਉਣੇ ਆ, ਉਸ ਨੂੰ ਕਿੱਦਾਂ ਲੈ ਕੇ ਚੱਲਦੇ ਆ? ਔਰ ਜਿੱਥੇ ਤੱਕ ਜਿਹੜੇ ਵਿਰੋਧੀ ਹੈਗੇ, ਮੈਂ ਪਹਿਲਾਂ ਵੀ ਆਖਿਆ ਹੈਗਾ ਕਿ ਉਹਨਾਂ ਦਾ ਇੱਕੋ ਪੁਆਇੰਟ ਹੈਗਾ ਕਿ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ। ਤੇ ਇਸ ਕਰਕੇ ਜੋ ਇਹ ਕਾਰਪੋਰੇਸ਼ਨ ਇਲੈਕਸ਼ਨਸ ਹੋਣ ਜਾ ਰਹੀਆਂ ਹੈਗੀਆਂ, ਇਹ ਸਾਰੇ ਕਹਿੰਦੇ ਕਿ ਸੈਮੀਫਾਈਨਲ ਹੈ, ਔਰ ਸਾਰੇ ਜਾਣਦੇ ਹੈਗਾ ਕਿ ਸੈਮੀਫਾਈਨਲ ਤੋਂ ਭੱਜ ਕੌਣ ਰਿਹਾ ਹੈਗਾ। ਉਹ ਸਾਰੇ ਆਪਾਂ ਜਾਣਦੇ ਹਰ ਰੋਜ਼ ਬੀਜੇਪੀ ਹੋਵੇ, ਬੇਸ਼ੱਕ ਜੋ ਅਕਾਲੀ ਦਲ ਹੋਵੇ, ਹੁਣ ਕੀ ਇਹ ਦੋਨੇ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਨੇ, ਤਾਂ ਦੋਨਾਂ ਦਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਹਾਨਾ ਲੱਭਦੇ ਹੈਗੇ ਨੇ ਕਿ ਸਾਨੂੰ ਕਾਰਪੋਰੇਸ਼ਨ ਇਲੈਕਸ਼ਨਸ ਤੋਂ ਜਿਹੜਾ ਨਾ ਹੀ ਹੋਣ। ਤੇ ਇਸ ਕਰਕੇ ਜਦੋਂ ਵੀ ਕਾਰਪੋਰੇਸ਼ਨ ਇਲੈਕਸ਼ਨਸ ਹੋਣਗੀਆਂ ਤਾਂ ਇਹਨਾਂ ਨੂੰ ਆਪਦੀ ਜਿਹੜਾ ਹੈਗਾ ਇਹਨਾਂ ਦਾ ਕਿਸ ਦਾ ਲੈਵਲ ਹੈ, ਕਿੰਨਾ ਦਾ ਲੋਕਾਂ 'ਚ ਪਿਆਰ ਹੈਗਾ, ਉਹ ਆਪਣੇ ਆਪ ਹੀ ਪਤਾ। ਲੋਕ ਹੀ ਦੱਸਣਗੇ, ਸਾਨੂੰ ਕਹਿਣ ਦੀ ਜ਼ਰੂਰਤ ਨਹੀਂ, ਕੋਈ ਲੋਕ ਦੱਸਣਗੇ ਕਿ ਇਹਨਾਂ ਨੇ ਕਿੰਨਾ ਕੁ ਕੰਮ ਕੀਤਾ ਹੈਗਾ, ਕਿੰਨਾ ਕੁ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਰਹੇ, ਔਰ ਕਿੰਨਾ ਕੁ ਇਹ ਲੋਕਾਂ ਦੇ ਦੁੱਖ ਸੁੱਖ ਵਟਾਉਣ ਵਿੱਚ ਇਹ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਤੱਕ ਅਪਰੋਚ ਕਰਦੇ ਰਹੇ ਨੇ। ਜਦੋਂ ਕਿ ਓਪੋਜੀਸ਼ਨ ਦਾ ਇਹ ਕਹਿਣਾ ਆ ਕਿ ਇਲੈਕਸ਼ਨ ਜਿਹੜੇ ਆ ਪਿਛਲੀ ਵਾਰ ਹੋ ਜਾਣੇ ਸੀ, ਲੇਕਿਨ ਵੋਟਰ ਸੂਚੀਆਂ ਦੇ ਵਿੱਚ ਗੜਬੜ ਜਿਹੜੀ ਆ ਉਹ ਕਾਂਗਰਸ ਨੇ ਕੀਤੀ ਤਾਂ ਕਿ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਇਲਜ਼ਾਮ ਨੂੰ ਤੁਸੀਂ ਕਿੱਦਾਂ ਲੈਂਦੇ ਹੋ, ਕਿੱਦਾਂ ਜਵਾਬ ਦਿੰਦੇ ਹੋ? ਸਾਰੇ ਜਾਣਦੇ ਹੈਗੇ ਕਿ ਇਹ ਪਿਛਲੀ ਵਾਰੀ ਜਿਹੜੇ ਹੈਗੇ ਐਸਡੀਐਮ ਦਫ਼ਤਰ ਦੇ ਵਿੱਚ ਇਹ ਪਤਾ ਨਹੀਂ ਕਿਸ ਨੇ ਕਰਾਇਆ ਹੋਵੇ, ਕੋਈ ਮੈਨੂੰ ਇਹ ਵੀ ਨਹੀਂ ਪਤਾ ਹੈਗਾ। ਜੇਕਰ ਕੋਈ ਅਜਿਹੀ ਗਲਤੀ ਹੋਵੇ, ਕਿਉਂਕਿ ਮੇਰੇ ਵੱਲੋਂ ਹੁਣ ਵੀ ਹੁੰਦੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਐਸਡੀਐਮ ਹੈ ਜਾਂ ਉਹਨਾਂ ਦਾ ਜਿਹੜਾ ਮਸ਼ੀਨਰੀ ਹੈਗੀ ਆ, ਤੇ ਪਹਿਲਾਂ ਵੀ ਸਾਡੇ ਵੱਲੋਂ ਇਹੀ ਆ, ਕਿਸੇ ਵੀ ਬੰਦੇ ਨੂੰ ਸਾਰੀ ਪਾਰਟੀ ਲੈਵਲ 'ਤੇ ਵੀ ਸਾਰੇ ਬੰਦਿਆਂ ਦੀ ਇੱਕੋ ਅਪਰੋਚ ਹੈ ਕਿ ਅਸੀਂ ਵੈਸੇ ਹੀ ਜਿੱਤੇ ਪਏ ਆ, ਸਾਨੂੰ ਗਲਤ ਕੰਮ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ। ਅਸੀਂ ਕੋਈ ਵੋਟਾਂ ਗਲਤ ਬਣਾਈਏ, ਸਾਡੇ ਕੋਲ ਲੋਕਾਂ ਕੋਲ ਇੰਨਾ ਪਿਆਰ ਹੈਗਾ, ਲੋਕਾਂ ਦੇ ਦਿਲ ਵਿੱਚ ਇੰਨੀ ਆਵਾਜ਼ ਹੈਗੀ ਆ
ਕਿ ਸਾਨੂੰ ਗਲਤ ਕੰਮ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਆਪਾਂ ਸਾਰੇ ਜਾਣਦੇ ਹੈਗੇ ਹਾਂ ਕਿ ਪਿਛਲੀ ਕਾਰਪੋਰੇਸ਼ਨ ਇਲੈਕਸ਼ਨ ਦੇ ਵਿੱਚ ਬੀਜੇਪੀ ਨੇ ਜੋ ਬਾੜਬੰਦੀ ਬਣਾਈ ਆ, ਅੱਜ ਵੀ ਲੋਕੀ ਉਹਦਾ ਦੁੱਖ ਭੋਗ ਰਹੇ ਨੇ। ਔਰ ਜੋ ਪਿਛਲੀ ਵਾਰੀ ਇਹਨਾਂ ਨੇ ਪਾਇਆ ਹੈਗਾ, ਜੇਕਰ ਕਹਿਣ ਤਾਂ ਬੀਜੇਪੀ ਦਾ ਕੋਈ ਵੀ ਬੰਦਾ ਆ ਕੇ ਕਹਿਣਾ ਚਾਹੁੰਦਾ ਜਾਂ ਦੇਖਣਾ ਚਾਹੁੰਦਾ ਤਾਂ ਪਿਛਲੀਆਂ ਵੋਟਾਂ ਦੀਆਂ ਐਨਾਲਿਸਿਸ ਕੱਢ ਲਿਆ, ਲਿਸਟਾਂ ਇੱਥੇ ਪਈਆਂ, ਉਹ ਕੱਢ ਲਵਾਂਗੇ। ਇਹਨਾਂ ਨੂੰ ਕਾਰਗੁਜ਼ਾਰੀ ਆਪ ਹੀ ਪਤਾ ਲੱਗ ਜੂਗੀ, ਇਹ ਉਦੋਂ ਜਿਹੜੇ ਆਪਣੇ ਤਾਕਤ ਦੇ ਨਸ਼ੇ ਵਿੱਚ ਕੀ ਕਰ ਗਏ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ। ਬਹੁਤ ਮੁਸ਼ਕਿਲ ਕੰਮ ਹੁੰਦਾ ਕਿ ਜੇ ਅੱਜ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਲਈ ਹਰੇਕ ਵਾਰਡ ਵਿੱਚ 2-2 3-3 4-4 ਕੈਂਡੀਡੇਟ ਜਿਹੜੇ ਨੇ ਉਹ ਟਿਕਟ ਮੰਗ ਰਹੇ ਨੇ, ਤੇ ਉਹਨਾਂ ਵਿੱਚੋਂ ਸਹੀ ਜਿਹੜਾ ਆ ਬੰਦਾ ਉਹਦੀ ਚੁਆਇਸ ਕਰਨਾ, ਸਹੀ ਬੰਦਿਆਂ ਤੱਕ ਟਿਕਟਾਂ ਪਹੁੰਚਣ, ਕਾਰਿਆਕਰਤਾ ਨੂੰ ਉਹਦਾ ਮਾਣ ਮਿਲੇ, ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਆ ਟਿਕਟਾਂ ਦੀ ਵੰਡ ਕਰੋ? ਉਹ ਸਾਡਾ ਆਪਸੀ ਮਸਲਾ ਹੈਗਾ, ਉਹਦੇ ਵਿੱਚ ਕੋਈ ਵੀ ਇਹੋ ਜਿਹੀ ਪ੍ਰੋਬਲਮ ਨਹੀਂ। ਕਿਸੇ ਵੀ ਵਾਰਡ ਦੇ ਵਿੱਚ ਸਾਡੇ ਕੋਲ ਅਜਿਹੀ ਪ੍ਰੋਬਲਮ ਨਹੀਂ ਹੈਗੀ ਕਿ ਸਾਡੇ ਕੋਲ ਕੋਈ ਕੈਂਡੀਡੇਟਸ ਨੂੰ ਜਿਹੜਾ ਫਾਈਨਲਾਈਜ਼ ਕਰਨ ਵਿੱਚ ਪ੍ਰੋਬਲਮ ਆਵੇ। ਇਸ ਕਰਕੇ ਸਾਡੀ ਇੱਕ ਕਮੇਟੀ ਬਣਾਈ ਹੋਈ ਹੈ, ਜਿਹੜੀ ਕਿ ਕਮੇਟੀ ਬਕਾਇਦਾ ਪਿਛਲੇ 2-3 ਮਹੀਨੇ ਤੋਂ ਐਕਸਰਸਾਈਜ਼ ਕਰ ਰਹੀ ਹੈਗੀ ਆ, ਔਰ ਉਸ ਕਮੇਟੀ ਨੇ ਅੱਛੀ ਤਰ੍ਹਾਂ ਔਰ ਸਾਰਿਆਂ ਦਾ ਇੱਕੋ ਮਤ ਵਿਚਾਰ ਹੈਗਾ ਕਿ ਅਸੀਂ ਉਸ ਕੈਂਡੀਡੇਟ ਨੂੰ ਟਿਕਟ ਦੇਵਾਂਗੇ ਜਿਹੜਾ ਵਿਨਿੰਗ ਕੈਪੇਬਿਲਿਟੀ ਹੋਵੇ ਔਰ ਅੱਛੇ ਕਿਰਦਾਰ ਦਾ ਮਾਲਕ ਹੋਵੇ ਔਰ ਲੋਕਾਂ ਦੀ ਸੇਵਾ ਭਾਵ ਕਰਨ ਵਾਲਾ ਹੋਵੇ। ਇਸ ਕਰਕੇ ਇਹਦੇ ਵਿੱਚ ਮੈਂ ਆਪਣੇ ਵੱਲੋਂ ਵੀ ਕਲੀਅਰ ਕਰ ਦਿੰਦਾ ਹੈਗਾ ਕਿ ਅਸੀਂ ਉਹੀ ਕੈਂਡੀਡੇਟਸ ਨੂੰ, ਜਿਹੜੇ ਕਾਂਗਰਸ ਦੇ ਕੈਂਡੀਡੇਟਸ ਨੂੰ ਟਿਕਟ ਦਿੱਤੀ ਜਾਊਗੀ ਜਿਨ੍ਹਾਂ ਦਾ ਅੱਛਾ ਕਿਰਦਾਰ ਹੋਵੇਗਾ ਔਰ ਜਿਨ੍ਹਾਂ ਨੇ ਸੇਵਾ ਕੀਤੀ ਹੈ ਲੋਕਾਂ ਦੀ। ਗੱਲ ਕਰਦੇ ਹਾਂ ਕਿ ਪਿਛਲੇ ਦਿਨੀ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ, ਜਿਸ ਦੇ ਵਿੱਚ ਤੁਸੀਂ ਇੱਕ ਆਪਣੇ ਕਾਰਿਆਕਰਤਾ ਜਿਹੜੇ ਤੁਹਾਡੀ ਫੈਮਿਲੀ ਮੈਂਬਰ ਵੀ ਕਹਿ ਸਕਦੇ ਆ, ਉਹਨਾਂ ਦੇ ਬੇਟੀ ਦੇ ਵਿਆਹ ਦੇ ਵਿੱਚ ਭੰਗੜਾ ਪਾ ਰਹੇ ਸੀ, ਜਿਹਨੂੰ ਲੈ ਕੇ ਬੜੀ ਚਰਚਾ ਹੋਈ ਤੇ ਲੋਕਾਂ ਨੇ ਕੁਐਸਚਨ ਕੀਤੇ ਤੇ ਬਈ ਤੁਸੀਂ ਮਾਸਕ ਨਹੀਂ ਸੀ ਲਗਾਇਆ। ਸਿਰਫ ਇੰਨੀ ਗੱਲ ਸੀ, ਤੁਸੀਂ ਮਾਸਕ ਨਹੀਂ ਸੀ ਲਗਾਇਆ ਹੋਇਆ, ਤੇ ਉਹਨੂੰ ਤੁਸੀਂ ਕਿੱਦਾਂ ਜਵਾਬ ਦੇ ਦਿੰਦੇ? ਹਾਂ, ਕਿਉਂਕਿ ਮੈਂ ਸਾਰੀ ਜ਼ਿੰਦਗੀ ਦੇ ਵਿੱਚ ਕਿਉਂਕਿ ਸਰਵਿਸ ਦੇ ਵਿੱਚ ਰਿਹਾ ਹੈਗਾ ਔਰ ਸਾਰੀ ਜ਼ਿੰਦਗੀ ਦੇ ਵਿੱਚ ਹੀ ਜਿਹੜਾ ਹੈਗਾ ਡਿਊਰਿੰਗ ਸਰਵਿਸ ਜਿਹੜੀ ਹੈਗੀ ਆ ਉਹ ਡਿਸਪਲਿਨ ਫੋਲੋ ਕੀਤਾ ਹੈਗਾ। ਅੱਜ ਤੱਕ ਮੇਰੀ ਜਦੋਂ ਮੈਂ ਪ੍ਰੀ ਮੈਚੁਰ ਰਿਟਾਇਰਮੈਂਟ ਲਈ ਆ ਤਾਂ ਮੇਰੇ ਰਿਕਾਰਡ 'ਚ ਕਿਸੇ ਵੀ ਪ੍ਰਕਾਰ ਦੀ ਕੋਈ ਇਨਕੁਆਰੀ, ਕੋਈ ਕੰਪਲੇਂਟ ਨਹੀਂ ਹੈ। ਜਿੱਥੇ ਤੱਕ ਹੁਣ ਮੈਂ ਪੋਲਿਟਿਕਸ ਦੇ ਵਿੱਚ ਆ ਗਿਆ ਹੈਗਾ ਤਾਂ ਮੇਰਾ ਕੋਈ ਵੀ ਵਰਕਰ ਹੈਗਾ, ਉਹਦੀ ਕੋਈ ਖੁਸ਼ੀ ਹੈਗੀ, ਗਮੀ ਹੈਗੀ ਆ, ਮੈਨੂੰ ਪੂਰਾ ਉਹਦੇ ਵਿੱਚ ਹੱਕ ਹੈਗਾ ਕਿ ਮੈਂ ਉਹਦੇ ਵਿੱਚ ਸ਼ਰੀਕ ਹੋਵਾਂ। ਜੇਕਰ ਕਿਸੇ ਦੇ ਗਮੀ ਦੇ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਵੱਧ ਤੋਂ ਵੱਧ ਜਿਹੜਾ ਹੈਗਾ ਹਰ ਸਾਡੇ ਵਰਕਰ ਜਿਹੜਾ ਹੈਗਾ ਜਾਂ ਕੋਈ ਹੋਰ ਵੀ ਹੈਗਾ, ਕੋਈ ਬੇਸ਼ੱਕ ਦੀ ਇਕੱਲਾ ਵਰਕਰ ਦੇ ਨਹੀਂ, ਬਾਕੀ ਕੋਈ ਹੋਰ ਵੀ ਕੋਈ ਰਿਪਿਊਟਡ ਬੰਦੇ ਹੈਗੇ ਨੇ ਤਾਂ ਉਹਨਾਂ ਦੇ ਕੋਈ ਇਸ ਤਰ੍ਹਾਂ ਦੇ ਹੁੰਦੇ ਤਾਂ ਗਮੀ ਵਿੱਚ ਜਾਈਦਾ ਹੈਗਾ। ਤਾਂ ਇਸੇ ਤਰ੍ਹਾਂ ਜੇਕਰ ਕਿਸੇ ਦੀ ਖੁਸ਼ੀ ਹੈ ਤਾਂ ਖੁਸ਼ੀ ਦੇ ਮਾਹੌਲ ਵਿੱਚ ਵੀ ਉਸੇ ਤਰ੍ਹਾਂ ਜਾਈਦਾ ਹੈਗਾ, ਕਿਉਂਕਿ ਮੈਨੂੰ ਪਤਾ ਹੈਗਾ ਕਿਉਂਕਿ 8 ਵਜੇ ਤੱਕ ਜਿਹੜਾ ਹੈਗਾ ਉਦੋਂ ਕਰਫਿਊ ਲੱਗ ਰਿਹਾ ਸੀਗਾ। ਤਾਂ ਅਸੀਂ ਉੱਥੋਂ ਮੇਰੇ ਖਿਆਲ 7:15 ਤੋਂ 7:30 ਦੇ ਵਿੱਚ 7:30 ਤੋਂ ਅਸੀਂ ਪਹਿਲਾਂ ਉੱਥੋਂ ਨਿਕਲ ਗਏ ਸੀ, ਜੋ ਕਿ ਕਿਸੇ ਪ੍ਰਕਾਰ ਦੀ ਕੋਈ ਵਾਇਲੇਸ਼ਨ ਨਹੀਂ ਹੈਗੀ। ਜੇਕਰ ਤੁਸੀਂ 10 ਮਿੰਟ ਜਾਂਦੇ ਹੋ ਕਿਸੇ ਦੇ ਫੰਕਸ਼ਨ ਦੇ ਵਿੱਚ, ਕਿਉਂਕਿ ਅਗਲੇ ਦੇ ਆਪਣੇ ਪ੍ਰਾਈਵੇਟ ਜਗ੍ਹਾ ਦੇ ਵਿੱਚੋਂ ਫੰਕਸ਼ਨ ਸੀ, ਪਬਲਿਕ ਪਲੇਸ 'ਤੇ ਨਹੀਂ ਸੀ। ਜੇ ਤੁਸੀਂ ਪਬਲਿਕ ਪਲੇਸ 'ਤੇ ਹੈ ਤਾਂ ਤੁਹਾਨੂੰ ਜਿਹੜਾ ਮਾਸਕ ਵਗੈਰਾ ਵੀਅਰ ਕਰਨਾ ਪੈਂਦਾ ਹੈਗਾ। ਔਰ ਉੱਥੇ ਜਿਹੜੀ ਗਿਣਤੀ ਸੀਗੀ, ਗਿਣਤੀ ਵੀ ਉੱਥੇ ਲਿਮਟਿਡ ਸੀਗੀ, ਲਿਮਟਿਡ ਕੋਈ ਜ਼ਿਆਦਾ ਗਿਣਤੀ ਨਹੀਂ ਸੀਗੀ। ਜੇਕਰ ਕੋਈ ਤੁਹਾਨੂੰ ਆਪਣਾ ਜਿਹੜਾ ਵਰਕਰ ਹੈਗਾ ਫੜ ਕੇ ਲੈ ਕੇ ਜਾਂਦਾ 2 ਮਿੰਟ ਤੁਸੀਂ ਵੈਸੇ ਹੀ ਸਾਡੇ ਜਿਹੜਾ ਕੋਈ ਬੱਚੇ 2-4 ਡਾਂਸ ਕਰਦੇ ਸੀ, ਜੇਕਰ ਉਹਦੇ ਵਿੱਚ ਸ਼ਰੀਕ ਹੋਣ ਦਾ ਕਹਿੰਦਾ ਸਟੇਜ 'ਤੇ ਆ ਜਾਓ, 2 ਮਿੰਟ ਸਟੇਜ ਚਲੇ ਜਾਏਗਾ ਤਾਂ ਉਹਦੇ ਵਿੱਚ ਕੁਝ ਨਹੀਂ। ਤਾਂ ਇਸ ਕਰਕੇ ਜੇਕਰ ਸਾਨੂੰ ਕਿਸੇ ਦੀ ਵਰਕਰ ਦੀ ਖੁਸ਼ੀ ਵਿੱਚ ਵੀ ਸ਼ਰੀਕ ਹੋਣਾ ਪੈਂਦਾ ਤਾਂ ਜਿੱਥੇ ਤੱਕ ਜਿਹੜਾ ਵਾਇਲੇਸ਼ਨ ਹੈਗਾ ਇੱਥੇ ਤਾਂ ਮੇਰੇ ਖਿਆਲ ਜਿਹੜੇ ਕਿੰਤੂ ਪ੍ਰੰਤੂ ਕਰਨ ਵਾਲੇ ਹੋਵੇ ਤਾਂ ਜੇ ਮੇਰੇ ਕੋਲ ਆ ਕੇ ਵੈਸੇ ਗੱਲ ਕਰਨ ਤਾਂ ਜ਼ਿੰਦਗੀ 'ਚ ਮੈਂ ਉਹਨਾਂ ਦੀ ਕਿੰਨੀਆਂ ਵਾਇਲੇਸ਼ਨਸ ਜਾਂ ਹੁਣ ਦੀ ਜਿਹੜਾ ਕਰੋਨਾ ਮਹਾਕਾਲ ਚੱਲ ਰਿਹਾ ਇਹਦੇ ਵਿੱਚ ਹੀ ਕੱਢ ਦੂੰਗਾ ਕਿ ਕਿੰਨੀ ਉਹਨਾਂ ਨੇ ਜਿਹੜੀਆਂ ਹੈਗੀਆਂ ਉਹ ਆਪ ਗਲਤੀਆਂ ਕਰਾਉਂਦੇ। ਇਸ ਕਰਕੇ ਜੇਕਰ ਕਿਸੇ ਵੱਲ ਉਂਗਲ ਉਠਾਉਣੀ ਹੈ ਤਾਂ ਉਹ ਜਿਹੜਾ ਹੈਗਾ ਪਹਿਲਾਂ ਆਪਣੇ ਗਰੀਬਨ ਵਿੱਚ ਦੇਖੇ। ਸਾਡੇ ਵੱਲੋਂ ਇਸ ਤਰ੍ਹਾਂ ਦੀ ਕੋਈ ਵਾਇਲੇਸ਼ਨ ਨਹੀਂ ਹੋਈ। ਪਬਲਿਕ ਪਲੇਸ 'ਤੇ ਫੰਕਸ਼ਨ ਸੀਗਾ ਔਰ ਲਿਮਿਟਿਡ ਗੈਦਰਿੰਗ ਸੀਗੀ ਔਰ ਜਿਹੜਾ ਟਾਈਮ ਸੀ, ਟਾਈਮ ਡਿਊਰੇਸ਼ਨ ਦੇ ਅੰਦਰ ਅਸੀਂ ਉੱਥੋਂ ਨਿਕਲ ਗਏ ਹੈਗੇ। ਔਰ ਮੈਕਸਿਮਮ ਇਹ ਮੇਰੇ ਖਿਆਲ ਮੇਰਾ ਜਦੋਂ ਦਾ 1 ਸਾਲ ਮੇਰੇ ਖਿਆਲ 1.5 ਸਾਲ ਹੋ ਗਿਆ ਹੈਗਾ। ਹਾਲਾਂਕਿ ਮੇਰੇ ਵਰਕਰਸ ਕਹਿੰਦੇ ਹੈਗੇ ਤੁਸੀਂ ਥੋੜ੍ਹਾ ਨਾਲ ਕੰਮ ਦੇ ਨਾਲ ਤੁਸੀਂ ਰੈਸਟ ਵੀ ਕਰੋ, ਪਰ ਜਦ ਤੱਕ ਮੇਰੇ ਖਿਆਲ ਦਿਲ ਦੇ ਵਿੱਚ ਚਾਹ ਹੁੰਦੀ ਹੈ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਮੇਰੇ ਖਿਆਲ ਥਕਾਵਟ ਕੋਈ ਹੁੰਦੀ ਨਹੀਂ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੇਸ਼ੱਕ ਕੋਈ ਰਾਤ ਨੂੰ ਆਵੇ ਤਾਂ ਅਸੀਂ ਸੇਵਾ ਕਰਦੇ ਹਾਂ, ਸੇਵਾ ਭਾਵਨਾ ਕੰਮ ਕਰਦੇ ਹਾਂ, ਨਾ ਕਿ ਫੋਕੀ ਸ਼ੋਹਰਤ ਵਾਸਤੇ। ਮਿੰਨੀ ਲੋਕਡਾਊਨ ਜਿਹੜਾ ਹੈ ਲੱਗ ਚੁੱਕਾ ਹੈ, ਲੋਕਾਂ ਦੇ ਵਿੱਚ ਜਿੱਦਾਂ ਇਹ ਕਹਿ ਰਹੇ ਕਿ ਨੈਗੇਟਿਵਿਟੀ ਆ ਜਾਂਦੀ ਆ ਕਿ ਜਿੱਦਾਂ ਦਾ ਸਿਸਟਮ ਚੱਲਦਾ ਪਿਆ, ਅਕਸਰ ਅਸੀਂ ਨੈਗੇਟਿਵ ਖਬਰਾਂ ਸੁਣਦੇ ਪਏ ਹਾਂ, ਨੈਗੇਟਿਵ ਗੱਲਾਂ ਹੋ ਰਹੀਆਂ ਨੇ ਕਿ ਕੋਈ ਸੰਗੀ ਸਾਥੀ ਕੋਈ ਪੋਜ਼ਿਟਿਵ ਹੋ ਗਿਆ ਜਾਂ ਕਿਸੇ ਦੀ ਕੋਈ ਮਿਸਹੈਪਨਿੰਗ ਹੋ ਗਈ। ਉਹਨੂੰ ਲੈ ਕੇ ਇੱਕ ਵਿਧਾਇਕ ਹੋਣ ਦੇ ਨਾਤੇ ਤੁਸੀਂ ਆਪਣੇ ਜਿੰਨੇ ਵੀ ਸਾਡੇ ਆਪਾਂ ਫਗਵਾੜਾ ਨੂੰ ਲੈ ਕੇ ਚੱਲਦੇ ਹਾਂ, ਜਿੰਨੇ ਵੀ ਸਾਡੇ ਵਸਨੀਕ ਆ, ਉਹਨਾਂ ਨੂੰ ਇੱਕ ਵਿਧਾਇਕ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿੱਦਾਂ ਉਹ ਪੋਜ਼ਿਟਿਵ ਹੋਣ ਅਤੇ ਕਿੱਦਾਂ ਤੁਸੀਂ ਉਹਨਾਂ ਦੇ ਨਾਲ ਖੜ੍ਹੇ ਹੋ? ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਆਖਿਆ ਕਿ ਕਰੋਨਾ ਕਾਲ ਦੇ ਦੌਰਾਨ ਜਿਹੜੇ ਹੈਗੇ ਸਾਡੇ ਸਾਰੇ ਕਾਂਗਰਸ ਪਾਰਟੀ ਜਿਹੜੀ ਹੈਗੀ ਆ ਉਹ ਲੋਕਾਂ ਦੀ ਸੇਵਾ ਕਰਨ ਵਾਸਤੇ ਹਰ ਸਮੇਂ ਤਿਆਰ ਰਹਿੰਦੀ ਹੈਗੀ ਆ। ਔਰ ਬਹੁਤ ਅਜਿਹੇ ਕੇਸਿਸ ਆ ਜਿਹੜੇ ਕਿ ਹਾਈਲਾਈਟ ਨਹੀਂ ਕੀਤੇ ਕਿ ਲੋਕਾਂ ਨੇ ਜੇਕਰ ਕਿਸੇ ਨੂੰ ਰਾਤ ਨੂੰ ਪ੍ਰੋਬਲਮ ਆਈ ਹੈ ਤਾਂ ਰਾਤ ਨੂੰ ਜੇ ਕਿਤੇ ਵੀ ਹਸਪੀਟਲ ਅਪਰੋਚ ਕਰਨੀ ਪਈ ਜਾਂ ਕਿਸੇ ਵੀ ਮਸ਼ੀਨਰੀ ਨੂੰ ਮੂਵ ਕਰਨਾ ਪਿਆ ਤਾਂ ਉਹਨੂੰ ਕੀਤਾ ਗਿਆ ਹੈਗਾ ਔਰ ਲੋਕਾਂ ਦੀ ਜਾਨ ਵੀ ਬਚੀ ਹੈਗੀ ਆ।
ਪਰ ਇਹ ਹੈ ਕਿਉਂਕਿ ਅਜਿਹੇ ਕੰਮਾਂ ਦੀ ਜਿਹੜੀ ਹਾਜ਼ਰੀ ਹੈਗੀ ਸਿੱਧੀ ਪਰਮਾਤਮਾ ਦੇ ਘਰ ਲੱਗਦੀ ਹੈਗੀ ਆ, ਤਾਂ ਪਰਮਾਤਮਾ ਹੀ ਉਹਦੇ ਵਿੱਚ ਤੁਹਾਡੇ ਤੇ ਬਖਸ਼ਿਸ਼ ਕਰਦਾ ਹੈਗਾ। ਔਰ ਗੁਰੂ ਮਹਾਰਾਜ ਦੀ ਔਰ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਹੀ ਅਸੀਂ ਸਾਰੇ ਹੀ ਮਿਲ ਕੇ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਅੱਛਾ ਜਿਹੜਾ ਕੰਮ ਕਰ ਸਕੇ ਹੈਗੇ। ਔਰ ਨਾਲ ਹੀ ਕਿਉਂਕਿ ਜਿਸ ਤਰ੍ਹਾਂ ਕਿ ਕਰੋਨਾ ਕਾਲ ਦੇ ਸਮੇਂ ਵਿੱਚ ਆਪਾਂ ਦੱਸਦੇ ਹੈਗੇ ਕਿ ਕਈਆਂ ਨੂੰ ਕਰੋਨਾ ਅਫੈਕਟਡ ਹੁੰਦੇ ਹੈਗੇ ਨੇ। ਮੈਂ ਖੁਦ ਹੋਇਆ, ਮੇਰੇ ਘਰ ਦੇ ਵਿੱਚ ਮੇਰਾ ਬੇਟਾ ਹੋਇਆ, ਮੇਰੀ ਵਾਈਫ ਹੋਈ ਹੈਗੇ ਨੇ, ਸਾਡੇ ਹੋਰ MC ਸਾਹਿਬਾਨ ਵੀ ਹੋਏ ਨੇ, ਹੋਰ ਵੀ ਬਹੁਤ ਲੀਡਰ ਹੋਏ ਨੇ। तो इस करके इस समय ਵਿੱਚ मैं ਸਾਰਿਆਂ ਨੂੰ ਇਹ ਕਹੂੰਗਾ ਕਿ ਇਸ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ। ਜਦੋਂ ਬੰਦਾ ਡਰਦਾ ਹੈਗਾ ਤਾਂ ਇਹ ਬਿਮਾਰੀ ਢਾਉਂਦੀ ਹੈਗੀ ਹੈ। तो इस करके ਸਮੇਂ-ਸਮੇਂ ਸਿਰ ਜੋ ਵੀ ਗਵਰਨਮੈਂਟਸ ਵੱਲੋਂ ਜਾਂ ਡਾਕਟਰ ਸਾਹਿਬਾਨ ਵੱਲੋਂ ਇੰਸਟਰਕਸ਼ਨਸ ਹੁੰਦੀਆਂ, ਗਰਮ ਪਾਣੀ ਪੀਣਾ ਹੈਗਾ, ਗੁਰਾਰੇ ਕਰਨੇ ਹੈਗੇ, ਸਟੀਮ ਲੈਣੀ ਹੈਗੀ ਹੈ, ਅੱਛੀ ਡਾਈਟ ਰੱਖਣੀ ਹੈ, ਉਹਨੂੰ ਫੋਲੋ ਕਰਨਾ ਚਾਹੀਦਾ ਹੈਗਾ। ਔਰ ਮੈਂ ਸਾਰੇ ਹੀ ਸਾਡੇ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹੈਗਾ ਕਿ ਉਹਨਾਂ ਨੂੰ ਕਦੇ ਵੀ ਮੇਰੀ ਜ਼ਰੂਰਤ ਹੋਵੇ ਤਾਂ ਉਹਨਾਂ ਵਾਸਤੇ ਮੈਂ ਦਿਨ ਪਰ ਰਾਤ ਹਾਜ਼ਰ ਹੈਗਾ। ਔਰ ਮੈਨੂੰ ਖੁਸ਼ੀ ਹੋਏਗੀ ਕਿ ਮੇਰੇ ਕੋਲ ਜਦੋਂ ਕੋਈ ਅਪਰੋਚ ਕਰਦਾ ਹੈਗਾ ਔਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਉਹਦੀ ਸਹਾਇਤਾ ਕਰਕੇ ਜਿਹੜਾ ਹੈਗਾ ਉਹਦਾ ਹੱਲ ਕੱਢ ਲਈਦਾ ਹੈਗਾ। ਤਾਂ ਜੋ ਖੁਸ਼ੀ ਸਾਨੂੰ ਉਹ ਸ਼ਬਦਾਂ ਵਿੱਚ ਮਿਲਦੀ ਹੈਗੀ ਜਾਂ ਅਗਲੇ ਦੇ ਅਸੀਸ ਨਾਲ ਮਿਲਦੀ ਹੈਗੀ ਆ, ਤਾਂ ਉਹਦਾ ਜਿਹੜਾ ਹੈਗਾ ਆਪਾਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਤਾਂ ਇਸ ਕਰਕੇ ਮੈਂ ਸਾਰੇ ਹੀ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹੈਗਾ ਕਿ ਉਹਨਾਂ ਦੀ ਸੇਵਾ ਵਿੱਚ ਮੈਂ ਹਰ ਸਮੇਂ ਬਤੌਰ ਸੇਵਾਦਾਰ ਜਿਹੜਾ ਹਾਜ਼ਰ। ਅਗਰ ਆਪਾਂ ਗੱਲ ਕਰਦੇ ਕੋਵਿਡ ਸੈਂਟਰ ਦੀ ਗੱਲ ਕਰ ਲਈਏ, ਆਕਸੀਜਨ ਦੀ ਗੱਲ ਕਰ ਲਈਏ ਜਾਂ ਵੈਕਸੀਨੇਸ਼ਨ ਦੀ ਗੱਲ ਕਰ ਲਈਏ, ਇਹਦੇ ਪ੍ਰਬੰਧਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਮੈਨੇਜ ਕਰਵਾ ਰਹੇ ਹੋ? ਕਰੋਨਾ ਕਾਲ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਜੇ ਕੋਈ ਮੁਸ਼ਕਲ ਆਉਂਦੀ ਹੈ, ਬੇਸ਼ੱਕ ਦੀ ਉਹ ਆਕਸੀਜਨ ਦੀ ਆਉਂਦੀ ਹੈਗੀ ਹੈ, ਬੇਸ਼ੱਕ ਦੀ ਉਹ ਵੈਕਸੀਨੇਸ਼ਨ ਦੀ ਆਉਂਦੀ ਹੈ, ਤਾਂ ਉਹਦੇ ਹਰ ਪ੍ਰਕਾਰ ਦੀ ਜਿਹੜੀ ਸੰਭਵ ਜਿਹੜੀ ਕੋਸ਼ਿਸ਼ ਕਰਕੇ ਜਿਹੜਾ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਿਉਂਕਿ ਮੈਂ ਪਿੱਛੇ ਮੇਰੇ ਵਾਈਫ ਜਿਹੜੇ ਹੈਗੇ ਆ ਉਹ ਸਿਵਲ ਹਸਪੀਟਲ ਐਡਮਿਟ ਹੋਏ ਸੀਗੇ, ਤਾਂ ਉੱਥੇ ਦੇਖਣਾ ਹੈ ਜਨਰਲ ਵਾਰਡ ਦੇ ਵਿੱਚ, ਕਿਉਂਕਿ ਆਮ ਤਾਂ ਕੋਈ ਜਾਂਦਾ ਹੀ ਨਹੀਂ ਹੈਗਾ ਕਿ ਸਿਵਲ ਹਸਪੀਟਲ ਵਿੱਚ ਜਾਵੇ। ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਅਸੀਂ ਕੋਸ਼ਿਸ਼ ਇਹ ਸੀ ਕਿ ਲੋਕਾਂ ਵਿੱਚ ਵਿਸ਼ਵਾਸ ਵਧਾਇਆ ਜਾਵੇ ਕਿ ਸਿਵਲ ਹਸਪੀਟਲ ਜਿਹੜੇ ਡਾਕਟਰ ਹੈਗੇ ਉਹ ਜ਼ਿਆਦਾ ਮੈਚਿਓਰ ਹੈਗੇ ਨੇ, ਜ਼ਿਆਦਾ ਸੇਵਾ ਨਾਲ ਕੰਮ ਕਰਨ ਵਾਲੇ ਹੈਗੇ ਨੇ। ਤਾਂ ਉੱਥੇ ਮਹਿਸੂਸ ਹੋਇਆ ਸੀਗਾ ਕਿ ਇੱਥੇ ਜਿਹੜੇ ਹੈਗੇ ਆ ਕਾਫੀ ਜਨਰਲ ਵਾਰਡਸ ਦੇ ਵਿੱਚ ਜਿਹੜਾ ਹੈਗਾ ਕਾਫੀ ਪ੍ਰੋਬਲਮਸ ਵੀ ਹੈਗੇ। ਜਿਵੇਂ ਗਰਮੀ ਦਾ ਸੀਜ਼ਨ ਆ ਰਿਹਾ, ਤਾਂ ਅਸੀਂ ਉੱਥੇ ਵੀ ਜਿਹੜਾ ਹੈਗਾ ਮਿਲ ਕੇ ਜਿਹੜਾ ਹੈਗਾ ਮੇਰੇ ਕੋਲ 4 AC ਲਗਵਾ ਰਹੇ ਹੈਗੇ। ਇਸੇ ਤਰ੍ਹਾਂ ਉੱਥੇ ਲੋਕਾਂ ਨੂੰ ਜਿਹੜਾ ਧੁੱਪ ਵਿੱਚ ਖੜਨਾ ਪੈਂਦਾ, ਤਾਂ ਮੈਂ ਇੱਕ ਦਿਨ ਬਾਹਰ ਬੈਠਾ ਸੀ ਦੇਖ ਰਿਹਾ ਸੀਗਾ ਕਿ ਉੱਥੇ ਸ਼ੈੱਡ ਨਹੀਂ ਹੈਗਾ, ਲੋਕਾਂ ਨੂੰ ਧੁੱਪੇ ਜਾ ਕੇ ਜਿਹੜਾ ਵਿੰਡੋ 'ਤੇ ਆਪਦੇ ਜਿਹੜੇ ਕੋਈ ਵੀ ਜਿਹੜਾ ਕੰਮ ਦੀ ਰਿਕੁਆਇਰਮੈਂਟ ਕਰਨੀ ਪੈਂਦੀ ਹੈ, ਤਾਂ ਉੱਥੇ ਅਸੀਂ ਸ਼ੈੱਡ ਵੀ 2 ਬਣਾ ਕੇ ਦੇ ਰਹੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਦੋਂ ਗਰਮੀ ਦਾ ਮੌਸਮ ਆ ਜਾਵੇ ਤਾਂ ਉਹ ਤੋਂ ਛੁਟਕਾਰਾ ਮਿਲਿਆ ਜਾਵੇ ਹੋ ਜਾਵੇ। ਤਾਂ ਮੇਰਾ ਕਹਿਣ ਦਾ ਭਾਵ ਇਹੀ ਹੈਗਾ ਕਿ ਹਰ ਸੰਭਵ ਜੋ ਵੀ ਬੇਸ਼ੱਕ ਦੀ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਆਵੇਗੀ ਤਾਂ ਉਹਦਾ ਹੱਲ ਕਰਨ ਵਾਸਤੇ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ, ਐਡਮਿਨਿਸਟ੍ਰੇਸ਼ਨ ਦੇ ਨਾਲ ਪਲਸ ਨਾਲ ਮੈਡੀਕਲ ਡਿਪਾਰਟਮੈਂਟ ਔਰ ਪੁਲਿਸ ਡਿਪਾਰਟਮੈਂਟ ਅਤੇ ਸਾਡੇ ਜਿੰਨੇ ਵੀ ਸਾਡੇ ਕਾਂਗਰਸ ਵਰਕਰਸ ਹੈਗੇ ਸਾਰਿਆਂ ਦੇ ਨਾਲ ਮਿਲ ਕੇ ਜਿਹੜਾ ਹੈਗਾ ਕਿਸੇ ਪ੍ਰਕਾਰ ਦੀ ਫਗਵਾੜਾ ਵਾਸੀਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ। ਇਹ ਸਨ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜਿਨ੍ਹਾਂ ਨੇ ਦੱਸਿਆ ਕਿ ਜਿੱਥੇ ਉਹਨਾਂ ਨੇ 1.5 ਸਾਲ ਦੇ ਵਿੱਚ ਜਿਹੜਾ ਸ਼ਹਿਰ ਦੇ ਵਿਕਾਸ ਦੇ ਕੰਮ ਕਰਵਾਏ ਤੇ ਬਾਕੀ ਰਹਿੰਦੇ ਜਿਹੜੇ ਵਿਕਾਸ ਦੇ ਕੰਮ ਆ ਆਉਣ ਵਾਲੇ ਇਸ ਸਾਲ ਦੇ ਵਿੱਚ ਆ ਉਹ ਪੂਰੇ ਕਰਵਾ ਦਿੱਤੇ ਜਾਣਗੇ। ਤੇ ਕਰੋਨਾ ਕਾਲ ਬਾਰੇ ਜਦੋਂ ਇਹਨਾਂ ਨੇ ਗੱਲ ਕੀਤੀ ਆ ਕਿ ਜਿੱਥੇ ਉਹ ਹਮੇਸ਼ਾ ਪਹਿਲਾਂ ਆਪਣੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹੇ ਨੇ, ਗਾਂ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਵੀ ਜ਼ਰੂਰਤ ਹੁੰਦੀ ਆ ਹਰ ਜਗ੍ਹਾ ਦੇ ਉੱਤੇ ਇਹ ਉਹਨਾਂ ਦੇ ਨਾਲ ਖੜਨਗੇ।